ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਵੈ, ਤਾਕੀ ਕੇਤਕ ਆਸ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇਹ ਪੰਜ ਚੀਜ਼ਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਇੱਕ ਇੱਕ ਵਿਸ਼ੇ ਨੂੰ ਗ੍ਰਹਿਣ ਕੀਤਾ। ਇੱਕ ਇੱਕ ਵਿਸ਼ੇ ਨੂੰ ਗ੍ਰਹਿਣ ਕਰਕੇ ਉਹਨਾਂ ਨੇ ਆਪਣਾ ਸਰੀਰ ਵੀ ਲੇਖੇ ਲਾ ਦਿੱਤਾ, ਦੁੱਖ ਵੀ ਝੱਲੇ, ਇੱਕ ਹੀ ਵਿਸ਼ਾ ਗ੍ਰਹਿਣ ਕੀਤਾ। ਪਰ ਜਿਹਦੇ ਅੰਦਰ ਇਹ ਪੰਜੇ ਹੀ ਵਸਦੇ ਹੈ ਉਹਦੀ ਕੀ ਆਸ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮ੍ਰਿਗ ਮੀਨ, ਮ੍ਰਿਗ ਕਹਿੰਦੇ ਹਨ ਹਿਰਨ ਨੂੰ, ਮੀਨ ਕਹਿੰਦੇ ਹਨ ਮੱਛੀ ਨੂੰ, ਭ੍ਰਿੰਗ ਭੌਰਾ, ਪਤੰਗ ਜਿਹੜਾ ਪਤੰਗਾ ਹੈ, ਕੁੰਚਰ ਕਹਿੰਦੇ ਹਨ ਹਾਥੀ ਨੂੰ। ਏਕ ਦੋਖ ਬਿਨਾਸ਼, ਇਹ ਇੱਕ ਇੱਕ ਵਿਸ਼ੇ ਨੂੰ ਇਹਨਾਂ ਨੇ ਗ੍ਰਹਿਣ ਕੀਤਾ ਤੇ ਦੁਖੀ ਹੋਏ। ਜਿਹੜਾ ਹਿਰਨ ਹੈ ਇਸ ਨੂੰ ਸ਼ਬਦ ਦੇ ਨਾਲ ਪ੍ਰੀਤੀ ਹੈ ਕਿ ਜਦੋਂ ਸ਼ਿਕਾਰੀ ਜਿਹੜੇ ਹਿਰਨ ਨੂੰ ਫੜਦੇ ਹੈ ਤੇ ਉਹ ਕੀ ਕਰਦੇ ਹੈ ਵੀ ਉਹ ਇੱਕ ਆਵਾਜ਼ ਪੈਦਾ ਕਰਦੇ ਹੈ ਜੰਗਲ ਦੇ ਅੰਦਰ। ਉਹ ਆਵਾਜ਼ ਜਿਹੜੀ ਹੈ ਉਹ ਕੈਸੀ ਹੁੰਦੀ ਹੈ, ਉਹਦੇ ਵੱਖੋ ਵੱਖਰੇ ਢੰਗ ਉਹਨਾਂ ਨੇ ਬਣਾਏ ਸ਼ਿਕਾਰੀਆਂ ਨੇ। ਇੱਕ ਤੇ ਜਿਹੜੀ ਆਪਣੀ ਕੈਂਹਾ ਹੁੰਦਾ, ਕੈਂ ਦੇ ਭਾਂਡੇ ਹੁੰਦੇ ਹੈ, ਉਹਦੀ ਥਾਲੀ ਲੈ ਕੇ ਤੇ ਉਹਦੇ ਵਿੱਚ ਸਰਾਖ ਕਰਕੇ ਤੇ ਉਹਦੇ ਵਿੱਚ ਮੋਰ ਦਾ ਖੰਭ ਜਿਹੜਾ ਉਸ ਨੂੰ ਫੇਰਦੇ ਆ, ਉਹਦੇ ਤੋਂ ਆਵਾਜ਼ ਨਿਕਲਦੀ ਹੈ ਤੇ ਉਹ ਇੰਨੀ ਸੁਰੀਲੀ ਹੁੰਦੀ ਹੈ ਤੇ ਹਿਰਨ ਉਹਨੂੰ ਸੁਣਦਾ ਤੇ ਐਸਾ ਉਹਦੇ ਵਿੱਚ ਮੁਗਧ ਹੋ ਜਾਂਦਾ, ਉਹਦੇ ਵਿੱਚ ਇੰਨਾ ਜੁੜ ਜਾਂਦਾ ਉਸ ਆਵਾਜ਼ ਦੇ ਵਿੱਚ ਤੇ ਉਹਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਤੇ ਜਦੋਂ ਟਿਕ ਕੇ ਖੜ ਜਾਂਦਾ ਉਸੇ ਸਮੇਂ ਸ਼ਿਕਾਰੀ ਉਹਦਾ ਸ਼ਿਕਾਰ ਕਰ ਲੈਂਦੇ। ਇੱਕੋ ਸ਼ਬਦ ਦਾ ਵਿਸ਼ਾ ਗ੍ਰਹਿਣ ਕੀਤਾ ਹਿਰਨ ਨੇ ਤੇ ਜਾਨ ਗਵਾ ਦਿੱਤੀ। ਇਸੇ ਪ੍ਰਕਾਰ ਮੀਨ ਜਿਹੜੀ ਮੱਛੀ ਹੈ ਇਸ ਨੂੰ ਰਸ ਹੈ, ਇਸ ਨੂੰ ਜੀਭ ਦਾ ਸਵਾਦ ਹੈ। ਜਿਹੜੇ ਮੱਛੀਆਂ ਫੜਨ ਵਾਲੇ ਹੈ ਛੱਪੜਾਂ 'ਤੇ ਜਾ ਕੇ ਇੱਕ ਕੁੰਡੀ ਲੈ ਕੇ ਉਹਦੇ ਅਗਲੇ ਬੰਨੇ ਆਟਾ ਜਾਂ ਗੰਡੋਆ ਲਾ ਲੈਂਦੇ ਹੈ, ਕੋਈ ਇੱਦਾਂ ਦੀ ਚੀਜ਼ ਲਾ ਲੈਂਦੇ ਹੈ ਤੇ ਜਦੋਂ ਉਹ ਮੱਛੀ ਜੀਭ ਦੇ ਸਵਾਦ ਦੇ ਲਈ ਉਹਨੂੰ ਗ੍ਰਹਿਣ ਕਰਦੀ ਹੈ, ਕੁੰਡੀ ਜਿਹੜੀ ਹੈ ਗਲ ਵਿੱਚ ਦੀ ਨਿਕਲ ਜਾਂਦੀ ਹੈ ਤੇ ਉਹਦੇ ਵਿੱਚ ਫਸ ਜਾਂਦੀ ਹੈ। ਇਸੇ ਪ੍ਰਕਾਰ ਹੀ ਫਿਰ ਭ੍ਰਿੰਗ ਭੌਰਾ ਜਿਹੜਾ ਹੈ ਇਸ ਨੂੰ ਸੁਗੰਧੀ ਦਾ ਵਿਸ਼ਾ ਹੈ। ਕਮਲ ਦਾ ਫੁੱਲ ਖਿੜਦਾ ਹੈ ਤੇ ਭੌਰਾ ਉਹਦੇ ਉੱਤੇ ਮੰਡਰਾਉਂਦਾ ਜਾ ਕੇ ਉਹਦੀ ਸੁਗੰਧੀ ਲੈਂਦਾ। ਇੰਨਾ ਸੁਗੰਧੀ ਦੇ ਵਿੱਚ ਲੁਭਾਏਮਾਨ ਹੋ ਜਾਂਦਾ ਤੇ ਕਮਲ ਦਾ ਫੁੱਲ ਜਿਹੜਾ ਉਹਦੀਆਂ ਪੱਤੀਆਂ ਚੌੜੀਆਂ ਹੁੰਦੀਆਂ ਤੇ ਉਹਦੇ ਉੱਤੇ ਹੀ ਉਹਦੇ ਮਕਰੰਦ ਰਸ ਨੂੰ ਲਈ ਜਾਂਦਾ ਤੇ ਜਿਵੇਂ ਜਿਵੇਂ ਸੂਰਜ ਢਲਦਾ ਜਾਂਦਾ ਉਹਦੀਆਂ ਪੰਖੜੀਆਂ ਬੰਦ ਹੁੰਦੀਆਂ ਜਾਂਦੀਆਂ, ਉਹਦੇ ਵਿੱਚ ਹੀ ਕੈਦ ਹੋ ਕੇ ਮਰ ਜਾਂਦਾ। ਇਸੇ ਪ੍ਰਕਾਰ ਹੀ ਫਿਰ ਪਤੰਗਾ ਹੈ, ਪਤੰਗੇ ਦਾ ਜਿਹੜਾ ਵਿਸ਼ਾ ਉਹ ਰੂਪ ਵੇਖਣ ਦਾ, ਅੱਖਾਂ ਦਾ ਵਿਸ਼ਾ ਪਤੰਗੇ ਦਾ। ਜਿੱਥੇ ਵੀ ਦੀਵਾ ਮੱਚਦਾ, ਦੀਵਾ ਜਲ ਰਿਹਾ, ਉਹਦੇ ਉੱਤੇ ਆ ਕੇ ਮੰਡਰਾਉਂਦਾ, ਉਹਦੀ ਰੌਸ਼ਨੀ ਉਹਨੂੰ ਸੋਹਣੀ ਲੱਗਦੀ ਹੈ ਤੇ ਉੱਥੇ ਆ ਕੇ ਖੰਭ ਉਹਦੇ ਸੜ ਜਾਂਦੇ ਹੈ ਤੇ ਉਹਦੇ 'ਤੇ ਹੀ ਆ ਕੇ ਤੇ ਆਪਣਾ ਸਰੀਰ ਤਿਆਗ ਦਿੰਦਾ। ਇਸੇ ਪ੍ਰਕਾਰ ਹੀ ਫਿਰ ਕੁੰਚਰ ਹਾਥੀ ਹੈ। ਹਾਥੀ ਨੂੰ ਜਿਹੜਾ ਸਪਰਸ਼ ਦਾ ਰਸ ਹੈ ਤੇ ਸਪਰਸ਼ ਦਾ ਰਸ ਇਸ ਨੂੰ ਐਸਾ ਹੈ, ਕਹਿੰਦੇ ਵੀ ਜਦੋਂ ਇਸ ਨੂੰ ਫੜਦੇ ਹੈ ਜੰਗਲਾਂ ਦੇ ਅੰਦਰ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਕਿ ਇੱਕ ਕਾਗਜ਼ਾਂ ਦੀ ਹਥਨੀ ਬਣਾਉਂਦੇ ਹੈ, ਪਹਿਲਾਂ ਟੋਆ ਕੱਢ ਕੇ ਵੱਡਾ ਸਾਰਾ ਉਹਨੂੰ ਪੱਤਿਆਂ ਦਾ ਭਰ ਦਿੰਦੇ ਹੈ, ਫਿਰ ਉਹਦੇ ਉੱਤੇ ਉਹ ਕਾਗਜ਼ ਦੀ ਹਥਨੀ ਜਿਹੜੀ ਬਨੌਟੀ ਬਣਾਈ ਹੁੰਦੀ ਉਹ ਖੜਾ ਦਿੰਦੇ ਹੈ। ਹਾਥੀ ਜਿਹੜਾ ਉਹ ਸਪਰਸ਼ ਦੇ ਰਸ ਦੇ ਅਧੀਨ ਹੋਇਆ, ਕਾਮਕ ਬਿਰਤੀ ਨੂੰ ਲੈ ਕੇ ਜਦੋਂ ਉੱਧਰ ਨੂੰ ਜਾਂਦਾ ਉਹ ਟੋਏ ਦੇ ਵਿੱਚ ਪੈ ਜਾਂਦਾ। ਫਿਰ ਉਸ ਨੂੰ ਉੱਥੇ ਕਈ ਮਹੀਨੇ ਭੁੱਖਾ ਰੱਖਦੇ ਹੈ, ਜਦੋਂ ਉਹਦੀ ਸ਼ਕਤੀ ਛੀਣ ਹੋ ਜਾਂਦੀ ਹੈ ਫਿਰ ਉਹਨੂੰ ਅਧੀਨ ਕਰ ਲੈਂਦੇ ਨੇ।
ਤੇ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਏਕ ਦੋਖ ਵਿਨਾਸ਼। ਇਹ ਇੱਕ ਇੱਕ ਵਿਸ਼ੇ ਨੂੰ ਇਹਨਾਂ ਨੇ ਗ੍ਰਹਿਣ ਕੀਤਾ। ਹਿਰਨ ਨੇ ਸ਼ਬਦ ਦਾ ਰਸ ਲਿਆ, ਮੱਛੀ ਨੇ ਜੀਭ ਦਾ ਰਸ ਲਿਆ, ਇਸੇ ਪ੍ਰਕਾਰ ਹੀ ਜਿਹੜਾ ਪਤੰਗਾ ਉਸਨੇ ਰੂਪ ਦਾ ਰਸ ਲਿਆ, ਭੌਰੇ ਨੇ ਸੁਗੰਧੀ ਲਈ, ਹਾਥੀ ਨੇ ਸਪਰਸ਼ ਦਾ ਰਸ ਲਿਆ। ਏਕ ਦੋਖ ਵਿਨਾਸ਼, ਇੱਕ ਦੋਸ਼ ਕਰਕੇ ਇਹ ਨਾਸ ਹੋ ਗਏ। ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਬੰਦਿਆ ਤੇਰੇ ਤੇ ਅੰਦਰ ਇਹ ਪੰਜੇ ਹੀ ਵਸਦੇ ਆ, ਫਿਰ ਤੇਰੀ ਕੀ ਆਸ ਹੈ ਬਚਣ ਦੀ। ਉਹਨਾਂ ਨੇ ਤੇ ਇੱਕ ਇੱਕ ਗ੍ਰਹਿਣ ਕੀਤਾ, ਤੇਰੇ ਅੰਦਰ ਤੇ ਪੰਜੇ ਹੀ ਹੈ। ਤੂੰ ਤੇ ਸ਼ਬਦ ਦੇ ਵਿੱਚ ਵੀ ਅਧੀਨ ਹੋ ਜਾਣਾ, ਜੀਭ ਦਾ ਸਵਾਦ ਵੀ ਤੈਨੂੰ ਪਿਆ ਹੋਇਆ, ਅੱਖਾਂ ਦੇ ਨਾਲ ਰੂਪ ਦੇਖਣ ਦਾ ਵੀ ਤੂੰ ਵਿਸ਼ਾ ਗ੍ਰਹਿਣ ਕੀਤਾ ਹੋਇਆ, ਇਸੇ ਪ੍ਰਕਾਰ ਸਪਰਸ਼ ਦਾ ਵੀ ਤੂੰ ਰਸ ਲੈਣਾ ਹੈ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਵੀ ਰਸ ਲੈਣਾ ਹੈ। ਤਾਂ ਕਿ ਕੇਤਕ ਆਸ, ਤੇਰੀ ਕੀ ਆਸ ਹੈ ਬਚਨ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡਾ ਮਨ ਜਿਹੜਾ ਨਿਸ ਬਾਸੁਰ ਵਿਖਿਆਨ ਕੋ ਧਾਵਤ। ਇਹ ਰਾਤ ਦਿਨੇ ਇਹਨਾਂ ਪੰਜਾਂ ਦੇ ਵਿਸ਼ਿਆਂ ਦੇ ਅਧੀਨ ਹੀ ਰਹਿੰਦਾ ਹੈ। ਕਿਹ ਬਿਧ ਰੋਕੋ ਤਾਹੇ, ਕਿਸ ਵਿਧੀ ਦੇ ਨਾਲ ਇਸ ਨੂੰ ਰੋਕਿਆ ਜਾਵੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਉਚਾਰਨ ਕੀਤੇ ਹਨ ਇਹਨਾਂ ਚੀਜ਼ਾਂ ਦਾ ਹੀ ਜ਼ਿਕਰ ਕਰਕੇ ਕਿ ਇਹ ਜਿਹੜੇ ਵਿਸ਼ੇ ਹਨ ਗੁਰ ਸਤਿਗੁਰ ਪਾਪ ਨਿਵਾਰੇ, ਕਿ ਇਹ ਤੇ ਗੁਰੂ ਦੀ ਕਿਰਪਾ ਹੋਵੇ, ਸਤਿਗੁਰੂ ਰਹਿਮਤ ਕਰੇ ਤੇ ਫੇਰ ਹੀ ਇਹ ਜਿਹੜਾ ਸਾਡਾ ਮਨ ਹੈ ਇਹਨਾਂ ਵਿਸ਼ਿਆਂ ਦੇ ਵੱਲੋਂ ਮੁੜਦਾ ਹੈ। ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ ਕਿ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਆਪਣਾ ਥਾਪੜਾ ਬਖਸ਼ਿਸ਼ ਕਰਦਾ ਹੈ ਫਿਰ ਇਹ ਜਿਹੜੇ ਪੰਜ ਜਵਾਨ ਹਨ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਬੰਨ੍ਹ ਲਈਦਾ, ਰੋਕ ਲਈਦਾ। ਨਹੀਂ ਤੇ ਇਹਨਾਂ ਦਾ ਵੇਗ ਐਸਾ ਹੈ ਕਿ ਜਿਵੇਂ ਹੜ੍ਹ ਦਾ ਪਾਣੀ ਆਉਂਦਾ ਨਾ, ਤੇ ਹੜ੍ਹ ਦੇ ਵਿੱਚ ਕੌਣ ਖੜ ਸਕਦਾ, ਕੋਈ ਵਿਰਲਾ ਹੀ ਖੜ ਸਕਦਾ। ਹੜ੍ਹ ਦਾ ਪਾਣੀ ਸਭ ਨੂੰ ਰੋੜ ਕੇ ਲੈ ਜਾਂਦਾ। ਇਹਨਾਂ ਵਿਸ਼ਿਆਂ ਦਾ ਵੇਗ ਐਸਾ ਹੁੰਦਾ ਹੈ ਵੀ ਇਹਦੇ ਵਿੱਚ ਮਨ ਨੂੰ ਖੜਾਉਣਾ, ਰੋਕਣਾ ਬੜਾ ਕਠਿਨ ਕਾਰਜ ਹੈ। ਖੜਦਾ ਨਹੀਂ ਮਨ। ਮਨ ਜਿਹੜਾ ਕਾਮ ਦੀਆਂ ਲਹਿਰਾਂ ਅੱਗੇ ਰੁਕ ਜਾਏ, ਉੱਧਰੋਂ ਮੁੜ ਆਵੇ, ਬੜਾ ਔਖਾ ਕੰਮ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕ੍ਰੋਧ ਵੱਲੋਂ ਮੋੜ ਆਵੇ, ਲੋਭ ਵੱਲੋਂ ਮੋੜ ਆਵੇ, ਹੰਕਾਰ ਵੱਲੋਂ ਮੋੜ ਆਵੇ। ਇੱਧਰਲੇ ਪਾਸਿਓਂ ਮੋੜਨ ਵਾਸਤੇ ਹੀ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ, ਗੁਰੂ ਦੀ ਸੇਵਾ ਤੇ ਬਾਣੀ ਦੀ ਵਿਚਾਰ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਬਚਨ ਕਰਦੇ ਹਨ ਮਾਈ ਮਨ ਮੇਰੋ ਬਸ ਨਾਹੇ, ਕਿ ਸਤਿਗੁਰੂ ਦੇ ਅੱਗੇ ਇੱਦਾਂ ਬੇਨਤੀਆਂ ਕਰੀਏ ਕਿ ਪਰਮੇਸ਼ਰ ਵਾਹਿਗੁਰੂ ਸਾਡਾ ਜਿਹੜਾ ਮਨ ਹੈ ਉਹ ਵਸ ਦੇ ਵਿੱਚ ਨਹੀਂ ਹੈ। ਮਨ ਕਿਵੇਂ ਵਸ ਦੇ ਵਿੱਚ ਆਉਂਦਾ ਹੈ ਤੇ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਗੁਰੂ ਦੀ ਪੂਰਨ ਕਿਰਪਾ ਹੁੰਦੀ ਹੈ ਫੇਰ ਹੀ ਮਨ ਜਿਹੜਾ ਉਹ ਵਸ ਦੇ ਵਿੱਚ ਆਉਂਦਾ ਹੈ। ਤੇ ਮਨ ਨੂੰ ਵਸ ਦੇ ਵਿੱਚ ਕਰਨ ਵਾਸਤੇ ਜੁਗਤੀਆਂ ਹਨ, ਢੰਗ ਤਰੀਕੇ ਹੈ। ਜਿਵੇਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਉਹਦੇ ਅੰਦਰ ਵੀ ਆਪਾਂ ਇਹ ਲਫ਼ਜ਼ ਵਰਤਦੇ ਹਾਂ ਮਨ ਨੀਵਾ ਮਤ ਉੱਚੀ, ਕਿ ਮਨ ਜਿਹੜਾ ਇਹਨੂੰ ਨੀਵਾਂ ਰੱਖੋ। ਜੇ ਸਾਡਾ ਮਨ ਨੀਵਾਂ ਹੈ ਤੇ ਮਤ ਜਿਹੜੀ ਹੈ ਉਹ ਆਪਣੇ ਆਪ ਉੱਚੀ ਹੋ ਜਾਂਦੀ ਹੈ। ਤੇ ਮਨ ਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਤੇ ਫਿਰ ਇਹ ਵਿਸ਼ੇ ਵਿਕਾਰ ਜਿਹੜੇ ਆ ਇਹਨਾਂ ਤੋਂ ਜੀਵ ਬਚ ਜਾਂਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਾਵਨ